बिस्मिल्लाहिर्रहमानिर्रहीम। दोस्तों, अरशद लोधी कम ਦੀਆਂ ਗੱਲਾਂ ਨਾਲ ਹਾਜ਼ਰ ਖਿਦਮਤ ਹੈ। ਕੀ ਹਾਲ ਜੇ? ਠੀਕ ਠਾਕ ਹੋ? ਖਰੀਅਤ ਨਾਲ ਲੋ। ਲੋ ਦੋਸਤੋ, ਤੁਹਾਨੂੰ ਅੱਜ ਇੱਕ ਬਹੁਤ ਵੱਡਾ ਬਦਮਾਸ਼ ਹੋਇਆ ਹੈ ਸ਼ਕਰਗੜ੍ਹ ਤਹਿਸੀਲ ਦੇ ਵਿੱਚ ਪੱਕ ਸੁਨਿਆਰਾ। ਉਹਦੀ ਤੁਹਾਨੂੰ ਗੱਲ ਸੁਣਾਈਏ। ਇਹ ਉਹਦੀ ਜ਼ੁਬਾਨੀ ਗੱਲ ਹੈ, ਠੀਕ ਹੈ ਜੀ। ਬਜ਼ੁਰਗ ਦੱਸਦੇ ਨੇ ਕਿ ਉਹਨੇ ਆਪਣੀ ਜ਼ੁਬਾਨੀ ਇਹ ਗੱਲ ਸੁਣਾਈ ਹੈ ਜਿਹੜੀ ਮੈਂ ਤੁਹਾਨੂੰ ਤਹਿਰੀਰ ਕਰਨ ਲੱਗਾ, ਦੱਸਣ ਲੱਗਾ ਤੁਹਾਨੂੰ ਮੈਂ, ਠੀਕ ਹੈ ਜੀ। ਅਤੇ ਪੱਕ ਸੁਨਿਆਰਾ ਕਹਿੰਦਾ ਕਿ ਮੈਂ ਜਿਸ ਵੇਲੇ ਬਦਮਾਸ਼ੀ 'ਚ ਪੈਰ ਰੱਖਿਆ, ਚੋਰੀਆਂ ਡਾਕੇ ਵਗੈਰਾ ਮਾਰਨੇ ਸ਼ੁਰੂ ਕੀਤੇ, ਅਤੇ ਅਸੀਂ ਫੈਸਲਾਬਾਦ ਰੋਡ ਦੇ ਉੱਤੇ ਇੱਕ ਜਗ੍ਹਾ 'ਤੇ ਨਾਕਾ ਲਾਇਆ ਸੀ। ਇੱਕ ਮੈਂ ਸਾਂ ਅਤੇ ਇੱਕ ਮੇਰਾ ਸਾਥੀ ਸੀ ਕਹਿੰਦਾ। ਅਤੇ ਜਿਸ ਵੇਲੇ ਸੂਰਜ ਗਰੂਬ ਹੋ ਗਿਆ ਅਤੇ ਅਸੀਂ ਸੋਚਿਆ ਕਿ ਹੁਣ ਅਸੀਂ ਜਿਹੜਾ ਨਾ ਇੱਥੇ ਨਾਕਾ ਲਾ ਕੇ ਅਤੇ ਲੋਕਾਂ ਨੂੰ ਲੁੱਟਾਂਗੇ। ਸੂਰਜ ਗਰੂਬ ਹੋਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜਾ ਪਹਿਲਾ ਸ਼ਿਕਾਰ ਸਾਡਾ ਆਇਆ ਉਹ ਇੱਕ ਔਰਤ ਆ ਰਹੀ ਸੀ ਇਕੱਲੀ। ਅਤੇ ਅਸੀਂ ਦੋਨੋਂ ਬੜੇ ਖੁਸ਼ ਹੋਏ ਕਿ ਔਰਤ ਇਕੱਲੀ ਆ ਰਹੀ ਹੈ ਅਤੇ ਉਹਨੇ ਜ਼ੇਵਰ ਵਗੈਰਾ ਵੀ ਪਾਇਆ ਸੀ ਅਤੇ ਇਹਨੂੰ ਲੁੱਟ ਰਹੇ ਹਾਂ। ਕਹਿੰਦੇ ਜਿਸ ਵੇਲੇ ਉਹ ਔਰਤ ਸਾਡੇ ਲਾਗੇ ਆਈ, ਅਸੀਂ ਦੋਨਾਂ ਨੇ ਉੱਤੇ ਹਮਲਾ ਕੀਤਾ, ਇੱਕ ਨੇ ਉਸ ਸਾਈਡ ਤੋਂ ਇੱਕ ਨੇ ਉਸ ਸਾਈਡ ਤੋਂ। ਅਤੇ ਔਰਤ ਨੇ ਮੈਨੂੰ ਇੱਕ ਹੱਥ ਨਾਲ ਫੜ ਲਿਆ ਅਤੇ ਉਹਨੂੰ ਵੀ ਇੱਕ ਹੱਥ ਨਾਲ ਫੜ ਲਿਆ। ਅਸੀਂ ਬੜੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਉਹਦੇ ਕੋਲ ਛੁਡਾ ਨਾ ਸਕੇ। ਜਿਸ ਵੇਲੇ ਅਸੀਂ ਛੁਡਾ ਨਾ ਸਕੇ ਤਾਂ ਔਰਤ ਨੇ ਕਿਹਾ, ਬੇਟਾ ਜੇ ਤੁਸੀਂ ਛੁਡਾ ਲਵੋਗੇ ਨਾ ਤਾਂ ਮੈਂ ਆਪਣਾ ਜ਼ੇਵਰ ਲਾ ਕੇ ਤੁਹਾਨੂੰ ਖੁਦ ਹੀ ਦੇ ਦਿਆਂਗੇ। ਅਸੀਂ ਕਹਿੰਦੇ ਬਹੁਤ ਜ਼ਿਆਦਾ ਜ਼ੋਰ ਲਾਉਣ ਦੇ ਬਾਵਜੂਦ ਜਿਸ ਵੇਲੇ ਨਾਕਾਮ ਰਹੇ ਅਤੇ ਔਰਤ ਨੇ ਉਸੇ ਤਰ੍ਹਾਂ ਸਾਨੂੰ ਫੜ ਕੇ ਅਤੇ ਨਾਲ ਹੀ ਥੋੜ੍ਹੀ ਦੂਰ ਉਹਦੇ ਜਿਹੜਾ ਸੀ ਡੇਰਾ ਸੀ ਉਹ ਉੱਥੇ ਆਪਣੇ ਡੇਰੇ 'ਤੇ ਲੈ ਗਏ। ਉਹ ਡੇਰੇ 'ਤੇ ਲਿਜਾ ਕੇ ਉਹਨੇ ਜਨਾਬ ਸਾਨੂੰ ਛੱਡ ਦਿੱਤਾ ਕਿ ਲਓ ਜੀ ਬੈਠੋ। ਅਤੇ ਉਹ ਬੜੇ ਬੜੇ ਡਸ਼ਕਰੇ ਮੁੰਡੇ ਉਹਦੇ ਬੈਠੇ ਸਨ ਅਤੇ ਉਹਨੇ ਕਿਹਾ ਕਿ ਇਹਨਾਂ ਨੂੰ ਦੁੱਧ ਪਾਣੀ ਪੁੱਛੋਗੇ। ਉਹ ਕਹਿੰਦਾ ਜਨਾਬ ਉਹਨਾਂ ਨੇ ਸਾਨੂੰ ਲਿਆ ਕੇ 2 ਪਿਆਲੇ ਦੁੱਧ ਦੇ ਸਾਡੇ ਅੱਗੇ ਰੱਖ ਦਿੱਤੇ। ਉਹ ਪਿਆਲੇ ਐਡੇ ਵੱਡੇ ਸਨ ਕਿ ਅਸੀਂ ਆਪਣੀ ਜ਼ਿੰਦਗੀ 'ਚ ਪਹਿਲੇ ਉੱਡੇ ਵੱਡੇ ਪਿਆਲੇ ਨਹੀਂ ਸਨ ਦੇਖੇ। ਯਾਨੀ ਇੱਕ ਪਿਆਲੇ ਦੇ ਵਿੱਚ ਕਮ ਸੇ ਕਮ 2-2.5 ਕਿਲੋ ਦੁੱਧ ਜਿਹੜਾ ਨਾ ਉਹ ਪੈ ਜਾਂਦਾ ਸੀ। ਅਸੀਂ ਜਿਸ ਵੇਲੇ ਉਹ ਪਿਆਲੇ ਦੇਖੇ ਅਤੇ ਅਸੀਂ ਕਿਹਾ ਕਿ ਮਾਂ ਜੀ ਅਸੀਂ ਤਾਂ ਇੰਨਾ ਦੁੱਧ ਨਹੀਂ ਪੀ ਸਕਦੇ। ਉਹਨੇ ਕਿਹਾ ਦੁੱਧ ਨਹੀਂ ਪੀ ਸਕਦੇ ਅਤੇ ਫਿਰ ਛਿੱਤਰ ਖਾਣ ਨੂੰ ਤਿਆਰ ਹੋ ਜਾਓ। ਕਹਿੰਦਾ ਖੈਰ ਅਸੀਂ ਉਹ ਡਰ ਦੇ ਮਾਰਿਆਂ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਅਤੇ ਬੜੀ ਮਿਹਨਤ ਨਾਲ ਅਸੀਂ ਉਹ ਦੁੱਧ ਜਿਹੜਾ ਖ਼ਤਮ ਕੀਤਾ ਜਿਸ ਵੇਲੇ। ਅਤੇ ਉਹ ਮਾਂ ਜਿਹੜੀ ਸੀ ਸਾਨੂੰ ਉਹਨੇ ਕਿਹਾ, ਬੇਟਾ ਤੁਸੀਂ ਅੱਜ ਤੋਂ ਮੇਰੇ ਪੁੱਤਰ ਹੋ, ਮੈਨੂੰ ਮਾਂ ਬਣਾ ਲਓ, ਮੈਂ ਤੁਹਾਨੂੰ ਪੁੱਤਰ ਬਣਾ ਲਿਆ। ਹੁਣ ਤੁਹਾਨੂੰ ਮੈਂ ਉਦੋਂ ਭੇਜਾਂਗੇ ਜਦੋਂ ਤੁਸੀਂ ਪੱਕੇ ਡਾਕੂ ਜਾਂ ਪੱਕੇ ਬਦਮਾਸ਼ ਬਣ ਜਾਓਗੇ। ਉਹਨੇ ਸਾਨੂੰ 5-6 ਮਹੀਨੇ ਰੱਖਿਆ ਆਪਣੇ ਕੋਲ, ਖੁਰਾਕ ਦਿੱਤੀ, ਖੂਬ ਖਾਤਰ ਤਵਾਜ਼ਾ ਸਾਡੀ ਕੀਤੀ ਅਤੇ ਸਾਨੂੰ ਜਨਾਬ ਸਾਰੇ ਗੁਰ ਸਿਖਾਏ। ਹੁਣ ਅਸੀਂ ਇਸ ਕਾਬਲ ਹੋ ਗਏ ਸਾਂ ਕਿ ਅਸੀਂ ਛਾਲ ਮਾਰ ਕੇ ਕਿਸੇ ਦੀ ਵੀ ਜਿਹੜੀ ਕੰਧ ਹੈ, ਕੋਠਾ ਜਿਹੜਾ ਹੁੰਦਾ ਸੀ, ਜਿਹੜੇ ਘਰ ਹੁੰਦੇ ਸਨ ਉਦੋਂ ਪਹਿਲੇ ਕੱਚੇ ਘਰ ਹੁੰਦੇ ਸਨ ਇੱਕ ਮੰਜ਼ਲਾ, ਕਹਿੰਦਾ ਅਸੀਂ ਆਰਾਮ ਨਾਲ ਛਾਲ ਮਾਰ ਕੇ ਕੋਠੇ 'ਤੇ ਚੜ੍ਹ ਜਾਂਦੇ ਸਾਂ ਅਤੇ ਛਾਲ ਮਾਰ ਕੇ ਕੋਠੇ ਤੋਂ ਥੱਲੇ ਉਤਰ ਆਉਂਦੇ ਸਨ। ਸਾਡੇ ਵਾਸਤੇ ਕੋਈ ਬੜੀ ਗੱਲ ਨਹੀਂ ਸੀ। ਅਸੀਂ ਕਹਿੰਦੇ ਖੈਰ ਸਾਨੂੰ ਉਹਨੇ ਆਜ਼ਾਦ ਜਿਸ ਵੇਲੇ 5-4 ਮਹੀਨੇ ਬਾਅਦ ਕਰ ਦਿੱਤਾ ਅਤੇ ਅਸੀਂ ਆਪਣੇ ਇਲਾਕੇ 'ਚ ਆ ਕੇ ਅਤੇ ਚੋਰੀਆਂ ਅਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਸਿਲਸਿਲਾ ਚੱਲਦਾ ਰਿਹਾ ਸਿਲਸਿਲਾ। ਅਤੇ ਇੱਕ ਦਫਾ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਸਾਹਿਬ ਸਨ, ਉਹਨਾਂ ਕੋਲ ਘੋੜੀ ਸੀ ਬੜੀ ਜ਼ਬਰਦਸਤ ਕਿਸਮ ਦੀ, ਸਿੱਖ ਸਨ ਉਹ। ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਵਾਕਿਆ ਜੀ। ਕਹਿੰਦਾ ਉਹ ਸਿੱਖ ਸਨ ਅਤੇ ਉਹਨਾਂ ਕੋਲ ਘੋੜੀ ਸੀ, ਬੜੀ ਜ਼ਬਰਦਸਤ ਕਿਸਮ ਦੀ ਘੋੜੀ ਸੀ। ਅਤੇ ਮੈਂ ਜਨਾਬ ਉਹ ਘੋੜੀ ਚੋਰੀ ਕਰਨ ਦਾ ਜਿਹੜਾ ਨਾ ਪ੍ਰੋਗਰਾਮ ਬਣਾ ਲਿਆ ਅਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਘੋੜੀ ਦੇ ਦਿਓ। ਉਹਨਾਂ ਨੇ ਮੈਨੂੰ ਘੋੜੀ ਨਾ ਦਿੱਤੀ ਅਤੇ ਮੈਂ ਉਹਨਾਂ ਨੂੰ ਫਿਰ ਕਿਹਾ ਕਿ ਜੀ ਫਿਰ ਮੈਂ ਚੋਰੀ ਕਰਕੇ ਲੈ ਜਾਣੀ ਹੈ। ਉਹ ਸਿੱਖਾਂ ਨੇ ਜਿਹੜਾ ਹੈ ਉਹਨਾਂ ਨੂੰ ਸਮਝ ਆ ਗਈ ਕਿ ਪੱਕ ਨੇ ਸਾਨੂੰ ਮਤਲਬ ਵਾਰਨਿੰਗ ਦੇ ਦਿੱਤੀ ਹੈ ਅਤੇ ਘੋੜੀ ਇਹਨੇ ਖੋਲ੍ਹ ਕੇ ਲੈ ਜਾਣੀ ਹੈ। ਇਸ ਵਾਸਤੇ ਉਹਨਾਂ ਨੇ ਬਹੁਤ ਇਹਤਿਆਤ ਕਰਨਾ ਸ਼ੁਰੂ ਕਰ ਦਿੱਤੀ। ਘੋੜੀ ਨੂੰ ਉਹਨਾਂ ਨੇ ਪਿਛਲੇ ਕਮਰੇ 'ਚ ਬੰਨ੍ਹਣਾ ਸ਼ੁਰੂ ਕਰ ਦਿੱਤਾ, ਪਹਿਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਕਿਸੇ ਤਰ੍ਹਾਂ ਘੋੜੀ ਸਾਡੀ ਜਿਹੜੀ ਹੈ ਪੱਕ ਦੇ ਕਬਜ਼ੇ 'ਚ ਨਾ ਆ ਜਾਏ। ਇੱਕ ਦਿਨ ਕਹਿੰਦਾ ਮੈਂ ਇਰਾਦਾ ਕਰ ਲਿਆ ਜਿਸ ਵੇਲੇ ਘੋੜੀ ਖੋਲ੍ਹਣ ਦਾ, ਅਤੇ ਮੈਂ ਚਲਾ ਗਿਆ ਉਹਨਾਂ ਦੇ ਘਰ। ਰਾਤ ਹੋ ਗਈ ਜਿਸ ਵੇਲੇ, ਅਤੇ ਮੈਂ ਜਾ ਕੇ ਅਤੇ ਆਪਣਾ ਉਹ ਜਿਸ ਕਮਰੇ 'ਚ ਘੋੜੀ ਬੰਨ੍ਹਦੇ ਸਨ ਉਸ ਕਮਰੇ 'ਚ ਜਾ ਕੇ ਉਹਨਾਂ ਤੂੜੀ ਵਗੈਰਾ ਜਿਹੜੇ ਸਟਾਕ ਕੀਤੇ ਹੁੰਦੇ ਨੇ ਪੱਠੇ ਜਾਨਵਰਾਂ ਵਾਸਤੇ, ਮੈਂ ਉਹਨਾਂ ਦੇ ਵਿੱਚ ਜਾ ਕੇ ਛੁਪ ਗਿਆ। ਉਹ ਜਿਸ ਵੇਲੇ ਮੈਂ ਉੱਥੇ ਛੁਪ ਗਿਆ ਅਤੇ ਰਾਤ ਨੂੰ ਜਿਸ ਵੇਲੇ ਟਾਈਮ ਕੁਛ ਜ਼ਿਆਦਾ ਹੋਇਆ, ਉਹ ਬਾਹਰ ਬੈਠੇ ਆਪਣਾ ਹੁੱਕਾ ਪਾਣੀ ਪੀ ਰਹੇ ਸਨ। ਅਤੇ ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਯਾਰ ਹੁਣ ਕਾਫੀ ਟਾਈਮ ਹੋ ਗਿਆ, ਹੁਣ ਕਿਸੇ ਨੇ ਕਿੱਥੋਂ ਆਉਣਾ, ਅਤੇ ਮੈਂ ਤਾਂ ਪਹਿਲੇ ਅੰਦਰ ਚਲਾ ਗਿਆ ਸੀ। ਉਹਨੇ ਕਹਿੰਦਾ ਆ ਕੇ ਜਿਸ ਵੇਲੇ ਜਨਾਬ ਘੋੜੀ ਖੋਲ੍ਹੀ ਅਤੇ ਅੰਦਰ ਬੰਨੀ, ਅਤੇ ਅੰਦਰ ਬੰਨ੍ਹ ਕੇ ਅਤੇ ਜਨਾਬ ਉਹਦਾ ਦੂਸਰਾ ਭਰਾ ਕਹਿਣ ਲੱਗਾ, ਯਾਰ ਇਸ ਤਰ੍ਹਾਂ ਕਰ ਕਿ ਇਹ ਕਿੱਲੇ ਜਿਹੜੇ ਨੇ ਨਾ ਬੜੇ ਕਮਜ਼ੋਰ ਨੇ ਅਤੇ ਘੋੜੀ ਨੇ ਕਿਤੇ ਜ਼ੋਰ ਲਾਇਆ ਅਤੇ ਕਿੱਲਾ ਖੁੱਲ੍ਹ ਨਾ ਜਾਏ।
ਤੇ ਕੋਈ ਮਜ਼ਬੂਤ ਕਿੱਲਾ ਜਿਹੜਾ ਨਾ ਉਹ ਠੋਕ ਇਹਦੇ 'ਚ। ਉਹਨਾਂ ਨੇ ਇੱਕ ਸਰੀਆ ਜਿਹੜਾ ਸੀ ਕੋਈ ਇੰਚੀ ਮੋਟਾ ਉਹਦਾ ਸਰੀਆ ਬਣਾਇਆ ਸੀ ਕਿੱਲਾ, ਉਹਨਾਂ ਨੇ ਲਿਆ ਤੇ ਉਹ ਜਨਾਬ ਉਹਨਾਂ ਨੇ ਠੋਕਣ ਦਾ ਇਰਾਦਾ ਕੀਤਾ। ਹੁਣ ਮੈਂ ਕਹਿੰਦੇ ਬੜੇ ਆਰਾਮ ਨਾਲ ਲੇਟਿਆ ਸਾਂ ਛੁਪ ਕੇ, ਤੇ ਤਾਂ ਕਿ ਮੈਂ ਉਹਨਾਂ ਦੀ ਨਜ਼ਰ ਤੋਂ ਦੂਰ ਰਵਾਂ। ਖੈਰ ਪਿੰਡਾਂ ਦੇ ਦੌਰ ਸੀ, ਕੱਚੇ ਮਤਲਬ ਮਕਾਨ ਔਰ ਕੱਚੇ ਫਰਸ਼ ਹੁੰਦੇ ਸਨ ਔਰ ਹਨੇਰਾ ਹੁੰਦਾ ਸੀ। ਅੱਲਾ ਦਾ ਕਰਨਾ ਉਹਨਾਂ ਜਦੋਂ ਬਿਲਕੁਲ ਸਾਈਡ 'ਤੇ ਕਰਕੇ ਕਿੱਲਾ ਠੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਕਿੱਲਾ ਜਿਹੜਾ ਸੀ ਮੇਰੇ ਹੱਥ ਦੇ ਉੱਤੇ ਰੱਖਿਆ ਗਿਆ। ਹੁਣ ਕਿੱਲਾ ਮੇਰੇ ਹੱਥ ਦੇ ਉੱਤੇ ਸੀ ਤੇ ਉਹਨੇ ਜਨਾਬ ਉੱਤੋਂ ਜ਼ੋਰਦਾਰ ਜ਼ਰਬ ਜਿਸ ਵੇਲੇ ਲਗਾਈ ਤੇ ਉਹ ਕਿੱਲਾ ਮੇਰੇ ਹੱਥ 'ਚੋਂ ਆਰ ਪਾਰ ਹੋ ਗਿਆ। ਮੈਂ ਸੀ ਨਹੀਂ ਕੀਤੀ ਕਿ ਅਗਰ ਮੈਂ ਬੋਲਿਆ ਤੇ ਜਨਾਬ ਇਹਨੂੰ ਮਾਰਨਗੇ, ਮਸਲਾ ख़राब ਹੋ ਜਾਏਗਾ। ਉਹਨਾਂ ਨੇ ਕਿੱਲਾ ਠੋਕ ਦਿੱਤਾ। ਕਿੱਲਾ ਠੋਕ ਕੇ ਉਹਨਾਂ ਨੇ ਘੋੜੀ ਬੰਨ੍ਹ ਦਿੱਤੀ ਤੇ ਘੋੜੀ ਬੰਨ੍ਹ ਕੇ ਤੇ ਜਨਾਬ ਉਹ ਆਪਣੇ ਕਮਰੇ 'ਚ ਚਲੇ ਗਏ, ਸੋ ਗਏ। ਤੇ ਮੈਂ ਘੋੜੀ ਦਾ ਕਿੱਲਾ ਜਿਹੜਾ ਸੀ ਉਹ ਜਿਹੜਾ ਮੇਰੇ ਹੱਥ ਦੇ ਅੰਦਰੋਂ ਦੀ ਗੁਜ਼ਰਿਆ ਸੀ ਉਹਨੂੰ ਦੂਸਰੇ ਹੱਥ ਨਾਲ ਹਿਲਾਉਣਾ ਸ਼ੁਰੂ ਕੀਤਾ। ਹਿਲਾ ਕੇ ਆਸਤਾ ਮੈਂ ਉਹਨੂੰ ਪੁੱਟਣ 'ਚ ਕਾਮਯਾਬ ਹੋ ਗਿਆ। ਜਿਸ ਵੇਲੇ ਮੈਂ ਉਹ ਕਿੱਲਾ ਪੁੱਟ ਲਿਆ ਤੇ ਮੈਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਦੇਖਿਆ, ਆਪਣਾ ਸਾਫਾ ਜਿਹੜਾ ਸੀ ਉਹ ਬੰਨਿਆ, ਜਿਹੜਾ ਸਿਰ 'ਤੇ ਬੰਨਿਆ ਹੁੰਦਾ ਸੀ ਉਹ ਮੈਂ ਆਪਣੇ ਹੱਥ 'ਤੇ ਬੰਨਿਆ। ਬਾਹਰ ਨਿਕਲ ਕੇ ਮੈਂ ਦੇਖਿਆ ਕਿ ਹੁਣ ਉਹ ਸੋ ਗਏ ਨੇ ਤੇ ਮੈਂ ਘੋੜੀ ਨੂੰ ਆਰਾਮ ਨਾਲ ਖੋਲ੍ਹਿਆ ਤੇ ਘੋੜੀ 'ਤੇ ਬੈਠਾ, ਛਾਲ ਮਾਰੀ ਤੇ ਘੋੜੀ ਲੈ ਕੇ ਨਿਕਲ ਗਿਆ। ਤੇ ਉਸ ਘੋੜੀ ਦੇ ਉੱਤੇ ਜਦੋਂ ਮੈਂ ਨਿਕਲ ਗਿਆ ਤੇ ਘੋੜੀ ਦੀ ਐਡੀ ਖੂਬਸੂਰਤ ਘੋੜੀ ਸੀ, ਐਡੀ ਪਹਿਚਾਣ ਵਾਲੀ ਘੋੜੀ ਸੀ ਕਿ ਉਸ ਤੋਂ ਬਾਅਦ ਮੈਂ ਪਾਕਿਸਤਾਨ ਬਣ ਗਿਆ। ਤੇ ਇੰਡੀਆ ਔਰ ਪਾਕਿਸਤਾਨ ਜਿਸ ਵੇਲੇ ਬਣ ਗਏ ਤੇ ਮੈਂ ਇੰਡੀਆ ਦੇ ਵਿੱਚ ਸਮਗਲਿੰਗ ਕਰਦਾ ਸਾਂ ਇਲਾਚੀਆਂ ਦੀ, ਤੇ ਇੱਧਰੋਂ ਮੈਂ ਨਮਕ ਵਗੈਰਾ ਭੇਜਦਾ ਸਾਂ ਤੇ ਮੈਂ ਉਹ ਘੋੜੀ ਦੇ ਉੱਤੇ ਨਮਕ ਲੱਦ ਦਿੰਦਾ ਸਾਂ ਤੇ ਉਹ ਇੰਡੀਆ ਚਲੀ ਜਾਂਦੀ ਸੀ। ਉੱਥੋਂ ਜਿਹੜੇ ਮੇਰੇ ਦੂਸਰੇ ਸਾਥੀ ਸਨ ਉਹ ਇਲਾਚੀ ਲੱਦ ਦਿੰਦੇ ਸਨ ਤੇ ਉਹ ਜਨਾਬ ਪਾਕਿਸਤਾਨ ਆ ਜਾਂਦੀ ਸੀ। ਉਹਨੂੰ ਕੋਈ ਸੇ ਮਤਲਬ ਸਵਾਰ ਦੀ ਜ਼ਰੂਰਤ ਨਹੀਂ ਸੀ ਹੁੰਦੀ, ਐਨੀ ਉਹ ਮਤਲਬ ਸਾਡੇ ਨਾਲ ਗਿੱਝੀ ਸੀ ਕਿ ਉਹ ਸਾਡਾ ਸਮਾਨ ਪਹੁੰਚਾ ਕੇ ਤੇ ਵਾਪਸ ਲੈ ਕੇ ਆ ਜਾਂਦੀ ਸੀ। ਤੇ ਇੱਕ ਦਫਾ ਐਸਾ ਹੋਇਆ ਕਿ ਰੇਂਜਰ ਵਾਲਿਆਂ ਨੇ ਉਹ ਘੋੜੀ ਜਿਸ ਵੇਲੇ ਉਹਨੇ ਰੇਂਜਰ ਨੇ ਬਾਰਡਰ ਕ੍ਰਾਸ ਕੀਤਾ ਤੇ ਰੇਂਜਰ ਵਾਲੇ ਦੇਖ ਰਹੇ ਸਨ। ਵਾਪਸੀ ਫਿਰ ਉਹ ਦੁਬਾਰਾ ਜਿਸ ਵੇਲੇ ਸਮਾਨ ਲੈ ਕੇ ਆਈ ਤੇ ਜਦੋਂ ਦੇਖਿਆ ਕਿ ਸਮਾਨ ਲੋਡ ਹੈ, ਬੰਦਾ ਕੋਈ ਨਜ਼ਰ ਨਹੀਂ ਆ ਰਿਹਾ, ਤੇ ਉਹਨਾਂ ਨੇ ਖੈਰ ਘੋੜੀ 'ਤੇ ਫਾਇਰਿੰਗ ਕੀਤੀ ਤੇ ਘੋੜੀ ਮਰ ਗਈ ਮੇਰੀ। ਤੇ ਮੈਂ ਬਹੁਤ ਮਾਯੂਸ ਹੋਇਆ ਕਿ ਯਾਰ ਮੇਰੀ ਘੋੜੀ ਐਡੀ ਕੀਮਤੀ ਘੋੜੀ ਜਿਹੜੀ ਹੈ ਇਹਨਾਂ ਨੇ ਮਾਰ ਦਿੱਤੀ ਹੈ। ਤੇ ਦੋਸਤੋ ਅਜੇ ਮਜ਼ੀਦ ਬੜੀ ਲੰਬੀ ਗੱਲ ਹੈ, ਲੇਕਿਨ ਮੈਂ ਤੁਹਾਨੂੰ ਫਿਰ ਕਦੀ ਮੌਕਾ ਮਿਲਿਆ ਤੇ ਮਜ਼ੀਦ ਇਹਨਾਂ ਦੀ ਗੱਲ ਸੁਣਾਵਾਂਗਾ। ਤੇ ਅਗਰ ਗੱਲ ਪਸੰਦ ਆਈ ਹੋਏ ਲਾਈਕ ਤੇ ਸ਼ੇਅਰ ਕਰ ਦਿਓ। ਜਿਹੜੇ ਚੈਨਲ ਤੇ ਨਵੇਂ ਦੋਸਤ ਆਏ ਨੇ ਉਹ ਸਬਸਕ੍ਰਾਈਬ ਕਰਕੇ ਚੈਨਲ 'ਚ ਸ਼ਾਮਲ ਹੋ ਜਾਓ। ਇਨਸ਼ਾਅੱਲਾ ਇਸੇ ਤਰ੍ਹਾਂ ਦੀਆਂ ਮਾਲੂਮਾਤੀ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ। ਕੱਲ੍ਹ ਤੱਕ ਇਜਾਜ਼ਤ, ਅੱਲਾ ਹਾਫਿਜ਼।